ਪੀਟੀਵੀ ਇੰਡੀਆ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਜਿਵੇਂ ਕਿ ਅੱਜ ਵਿਧਾਨ ਸਭਾ ਚੋਣਾਂ ਦੀ VOTING ਦਾ ਅਮਲ ਸਿਰੇ ਚੜ੍ਹ ਗਿਆ ਹੈ ਔਰ ਇਹ ਚੰਗੀ ਗੱਲ ਹੈ ਕਿ ਅਮਨ ਅਮਾਨ ਨਾਲ ਸਾਰਾ ਕੁਝ ਨੇਪਰੇ ਚੜ੍ਹਿਆ ਹੈ। ਕਿਤੋਂ ਵੀ ਕਿਸੇ ਅਣਸੁਖਾਵੀਂ ਘਟਨਾ ਦਾ, ਕੋਈ ਬਹੁਤ ਵੱਡੀ ਅਣਸੁਖਾਵੀਂ ਘਟਨਾ ਦਾ ਕਿਤੋਂ ਕੋਈ ਸੂਚਨਾ ਨਹੀਂ ਹੈ। ਉਮੀਦ ਵੀ ਇਹੀ ਕੀਤੀ ਜਾ ਰਹੀ ਸੀ ਔਰ ਪੰਜਾਬ ਦਾ ਜਿਹੜਾ ਬੇਸਿਕ ਜਿਹੜਾ ਮੂਲ ਸੱਭਿਆਚਾਰ ਆ ਉਹ ਵੀ ਅਮਨ ਤੇ ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਹੈ। ਔਰ ਪੰਜਾਬੀਆਂ ਨੇ ਬਿਲਕੁਲ ਜੋ ਇਹ ਸਾਨੂੰ ਵਡੇਰਿਆਂ ਦੇ ਰਾਹ ਦਰਸਾਏ ਹੋਏ ਆ ਭਾਈਚਾਰੇ ਦੇ, ਉਹਦੇ ਤੇ ਅਮਲ ਕਰਦਿਆਂ ਵੋਟਾਂ ਪਾਈਆਂ ਅਮਨ ਤੇ ਸ਼ਾਂਤੀ ਨਾਲ। ਲੇਕਿਨ ਇਸ ਪੋਲਿੰਗ ਨੇ, ਇਸ VOTING ਨੇ ਕੁਝ ਸਵਾਲ ਵੀ ਖੜੇ ਕੀਤੇ ਹੈ, ਕਿਉਂਕਿ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਅਤੇ ਮਾਝੇ ਦੇ ਵਿੱਚ VOTING ਬਹੁਤ, ਜਿਹੜੀ VOTING ਦੀ ਦਰ ਹੈ, ਜਿਹੜੀ ਪਰਸੈਂਟੇਜ ਹੈ, ਬੜੀ ਘੱਟ ਹੋਈ ਹੈ। ਜੇ ਅਸੀਂ ਪਿਛਲੀਆਂ ਜਿਹੜੀਆਂ ਵੋਟਾਂ ਪਈਆਂ ਸੀ ਉਹਦੀ ਪਰਸੈਂਟੇਜ ਕੱਢੀਏ ਤਾਂ ਇਸ ਵਾਰ ਕਾਫੀ ਪਿੱਛੇ ਰਹਿ ਗਏ ਆ ਲੋਕ VOTING ਕਰਨ ਦੇ ਵਿੱਚ, ਖਾਸ ਕਰਕੇ ਸ਼ਹਿਰੀ ਖੇਤਰਾਂ ਦੇ ਵਿੱਚ। ਜਦ ਕਿ ਜਿਹੜਾ ਮਾਲਵਾ ਦਾ ਖੇਤਰ ਹੈ, ਪਿੰਡਾਂ ਦਾ ਜਿਹੜਾ ਇਲਾਕਾ ਹੈ ਖਾਸ ਕਰਕੇ, ਉਹਦੇ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਵੋਟ ਪਾਈ ਹੈ, ਉਹਨਾਂ ਨੇ ਪੂਰਾ ਉਤਸ਼ਾਹ ਦਿਖਾਇਆ ਹੈ। ਮਨਪ੍ਰੀਤ ਜੀ, ਇਹਦੇ ਕੀ ਮਾਨੇ ਹੋ ਸਕਦੇ ਆ ਇੰਨੀ ਘੱਟ ਪੋਲਿੰਗ ਦੇ? ਦੇਖੋ ਮਦਨਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਨਾਲ ਇੱਕ ਜਿਹੜੀ ਪ੍ਰਕਿਰਿਆ ਸੀ ਚੋਣਾਂ ਦੀ, ਉਹ ਪੂਰੀ ਹੋ ਜਾਣਾ। ਔਰ ਹਜੇ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਹਿੰਸਕ ਘਟਨਾ ਦਾ, ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਜਾਂ ਸੂਚਨਾ ਨਾ ਮਿਲਣੀ, ਕਿਸੇ ਪਾਸੋਂ ਕੋਈ ਖਬਰ ਨਾ ਆਉਣੀ, ਇੱਕ ਚੰਗੇ ਸੰਕੇਤ ਆ। ਤੁਸੀਂ ਯਾਦ ਕਰੋ ਕਿ ਬਹੁਤ ਸਾਰੀਆਂ ਪਾਰਟੀਆਂ ਡਰਾ ਰਹੀਆਂ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਆ, ਕਿਸੇ ਦੀ ਸੁਰੱਖਿਆ ਜਿਹੜੀ ਆ ਉਹ ਖਤਰੇ 'ਚ ਆ, ਕੋਈ ਟਿਫਨ ਬੰਬ ਦੀ ਗੱਲ ਕਰ ਰਿਹਾ ਸੀ, ਡਰੋਨਸ ਦੀ ਗੱਲ ਕਰ ਰਿਹਾ ਸੀ, ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ। ਸੋ ਇਹਨਾਂ ਸਾਰਿਆਂ ਮੁੱਦਿਆਂ ਦੇ ਦਰਮਿਆਨ ਚੋਣਾਂ ਦਾ ਭੁਗਤ ਜਾਣਾ। ਔਰ ਮੈਨੂੰ ਲੱਗਦਾ, ਦੇਖੋ 5 ਵਜੇ ਤੱਕ ਜੋ ਰਿਪੋਰਟਸ ਆ ਰਹੀਆਂ ਸੀ ਉਹ ਲਗਭਗ 64 ਤੋਂ 65% ਦੀ ਜਿਹੜੀ VOTING ਉਹ ਹੋ ਚੁੱਕੀ ਸੀ। 6 ਵਜੇ ਤੱਕ ਜਿਹੜੇ ਵੀ ਪੋਲਿੰਗ ਸਟੇਸ਼ਨ ਦੇ ਅੰਦਰ ਲੋਕ ਆ ਜਾਂਦੇ ਆ, ਵੋਟਰਸ ਅੰਦਰ ਆ ਜਾਂਦੇ ਆ, ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਸਾਰਿਆਂ ਨੂੰ ਵੋਟਾਂ ਨੂੰ ਭੁਗਤਾਉਣਾ ਤੇ ਉਹਨਾਂ ਸਾਰਿਆਂ ਤੋਂ VOTING ਕਰਾਈ ਜਾਂਦੀ ਹੈ। ਚਾਹੇ ਉਹਦੇ ਲਈ 8 ਵੱਜ ਜਾਣ, ਚਾਹੇ 9 ਵੱਜ ਜਾਣ ਤੇ ਚਾਹੇ 10 ਵੱਜ ਜਾਣ, ਇਹ ਇਲੈਕਸ਼ਨ ਕਮਿਸ਼ਨ ਦਾ ਇੱਕ ਰੂਲ ਆ। ਔਰ ਮੈਨੂੰ ਉਮੀਦ ਆ ਕਿ ਇਹ ਠੀਕ ਗੱਲ ਆ ਕਿ ਸ਼ਾਇਦ ਪਿਛਲੀ ਵਾਰੀ ਜਿਵੇਂ 77.36% ਸੀ, 77.36%, ਸ਼ਾਇਦ ਉੱਥੋਂ ਤੱਕ ਨਾ ਪਹੁੰਚੇ, ਲੇਕਿਨ 70% ਸ਼ਾਇਦ ਜ਼ਰੂਰ ਕ੍ਰਾਸ ਕਰ ਜਾਏਗੀ ਜਾਂ ਇਸ ਤੋਂ ਵੱਧ ਵੀ ਜਾ ਸਕਦੀ ਹੈ। ਦੂਸਰੀ ਮਦਨਦੀਪ ਜੀ, ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਕਈ ਵਾਰੀ ਅਸੀਂ ਪਹਿਲੇ ਸਮੇਂ ਦੇ ਵਿੱਚ ਇਹ ਅੰਦਾਜ਼ੇ ਲਾਉਂਦੇ ਸੀ ਕਿ ਕਈ ਵਾਰੀ ਵੱਧ ਵੋਟ ਹੋਣ ਨਾਲ ਸ਼ਾਇਦ ਇਹ ਐਂਟੀ ਇਨਕੰਬੈਂਸੀ ਜਾਂ ਸਰਕਾਰ ਦੇ ਖਿਲਾਫ, ਜਿਹਨੂੰ ਅਸੀਂ ਕਹਿੰਦੇ ਆ, ਉਹ ਵੋਟ ਪੈਂਦੀ ਆ। ਇਹ ਵੀ ਜਿਹੜੇ ਸਾਡੇ ਅੰਦਾਜ਼ੇ ਸੀ ਜਾਂ ਇਸ ਤੋਂ ਪਹਿਲਾਂ ਸਾਡੀਆਂ ਜੋ ਰਾਏ ਸੀ, ਉਸ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਆ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ, ਸਨ 2017 ਦੇ ਵਿੱਚ ਇਹ ਲੱਗਦਾ ਸੀ ਕਿ ਸ਼ਾਇਦ ਵੋਟਾਂ ਜਿਹੜੀਆਂ ਉਹ ਤਬਦੀਲੀ ਲਈ ਪੈ ਰਹੀਆਂ ਜਾਂ ਆਮ ਆਦਮੀ ਪਾਰਟੀ ਲਈ ਪੈ ਰਹੀਆਂ, ਲੇਕਿਨ ਇਸ ਤਰ੍ਹਾਂ ਹੋਇਆ ਨਹੀਂ, ਬਲਕਿ ਇੱਕ ਰਵਾਇਤੀ ਪਾਰਟੀ ਯਾਨੀ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਚਲੀਆਂ ਗਈਆਂ ਸੀ। ਔਰ ਕਾਂਗਰਸ ਪਾਰਟੀ 77 ਸੀਟਾਂ ਲੈ ਕੇ ਜਿੱਤ ਉਸਨੇ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ ਵੀ ਚਲੇ ਜਾਓ, ਸਨ 2012 ਦੇ ਵਿੱਚ ਵੀ ਜਦੋਂ ਸਾਨੂੰ ਬਦਲਾਅ ਦੀ ਉਸ ਟਾਈਮ ਵੀ ਜਿਹੜੀ ਸੀ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਜ਼ਰੂਰ ਪਈਆਂ ਸੀ, ਲੇਕਿਨ ਫਿਰ ਉਹੀ ਜਿਹੜੀ ਪਾਰਟੀ ਸੱਤਾ ਸੀ, ਜਾਨੀ ਕਿ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ, ਉਹ ਫਿਰ ਸੱਤਾ 'ਚ ਆ ਗਈ ਸੀ। ਸੋ ਇਹਨਾਂ ਮੈਂ ਇਹ ਉਦਾਹਰਨਾਂ ਇਸ ਕਰਕੇ ਦੇ ਰਿਹਾ ਕਿ ਕਈ ਵਾਰੀ ਜਿਹੜਾ ਵੱਡੀ ਪਰਸੈਂਟੇਜ ਆਫ ਵੋਟ ਹੁੰਦੀ ਹੈ, ਪ੍ਰਤੀਸ਼ਤ ਹੁੰਦਾ, ਉਹ ਜ਼ਰੂਰੀ ਨਹੀਂ ਕਿ ਚੇਂਜ ਦਾ ਕਾਰਨ ਹੋਵੇ। ਦੂਸਰੇ ਪਾਸੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕਈ ਪਾਸੇ ਰਿਪੋਰਟਸ ਆਈਆਂ ਨੇ ਕਿ ਅਕਸਰ ਜਿਹੜਾ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਸ਼ਾਇਦ ਮਾਲਵੇ ਦੇ ਵਿੱਚ ਬਹੁਤ ਇਹਦੀ ਲਹਿਰ ਆ ਜਾਂ ਅੰਡਰਕਰੰਟ ਆ, ਲੇਕਿਨ ਕਿਤੇ ਨਾ ਕਿਤੇ ਮਾਝੇ ਦੇ ਵਿੱਚ ਜਾਂ ਦੁਆਬੇ ਦੇ ਵਿੱਚ ਕਮਜ਼ੋਰ ਆ। ਲੇਕਿਨ ਹੁਣ ਸਾਨੂੰ ਰਿਪੋਰਟਸ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਮਾਝੇ ਤੇ ਦੁਆਬੇ ਦੇ ਵਿੱਚ ਵੀ ਵੋਟਸ ਪਈਆਂ ਨੇ ਔਰ ਕਾਫੀ ਜਗ੍ਹਾ ਉਹਨਾਂ ਦੀਆਂ ਵੋਟਸ ਜਿਹੜੀਆਂ ਨੇ, ਚਾਹੇ ਉਹ ਰੂਰਲ ਏਰੀਆ ਹੋਵੇ ਚਾਹੇ ਉਹ ਸ਼ਹਿਰੀ ਇਲਾਕੇ ਹੋਣ, ਉੱਥੇ ਉਹਨਾਂ ਨੂੰ ਪਈਆਂ। ਕਿੰਨੀਆਂ ਪਈਆਂ, ਕੀ ਉਹ ਜਿੱਤਣ ਦੀ ਪੋਜੀਸ਼ਨ 'ਚ ਆ, ਇਹ ਤਾਂ ਨਹੀਂ ਸਾਨੂੰ ਪਤਾ। ਇਹ ਤਾਂ ਜਿਸ ਦਿਨ ਵੋਟਾਂ ਦੀਆਂ ਮਸ਼ੀਨਾਂ ਖੁੱਲਣਗੀਆਂ ਉਸ ਦਿਨ ਪਤਾ ਲੱਗੂਗਾ। ਲੇਕਿਨ ਇੱਕ ਚੀਜ਼ ਮਦਨਦੀਪ ਜੀ ਔਖੀ ਹੋ ਗਈ ਆ, ਉਹ ਇਸ ਕਰਕੇ ਕਿਉਂਕਿ ਇਸ ਵਾਰੀ 5 ਕੋਣੀ ਮੁਕਾਬਲੇ ਆਪਾਂ ਕਹਿ ਤਾਂ ਦਿੰਨੇ ਆ,
ਪਰ ਆਪਾਂ ਨੂੰ ਇਹ ਵੀ ਪਤਾ ਕਿ ਜਿਹੜੇ ਮੇਨ ਮੁਕਾਬਲੇ ਆ ਉਹ ਆਮ ਆਦਮੀ ਪਾਰਟੀ 'ਚ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਆ। ਇੱਕ ਗੱਲ ਮੈਂ ਹੋਰ ਵੀ ਕਹਿ ਦਿੰਦਾ ਕਿ ਇਸ ਟਾਈਮ ਇਹ ਵੀ ਨਜ਼ਰ ਆ ਰਿਹਾ ਸੀ ਕਿ ਲੋਕ ਗੱਲਾਂ ਕਰ ਰਹੇ ਸੀ ਕਿ ਅਸੀਂ ਬਦਲਾਅ ਲੈ ਕੇ ਆਉਣਾ। ਉਹ ਬਦਲਾਅ ਉਹਨਾਂ ਨੇ ਕਿਸ ਰੂਪ ਦੇ ਵਿੱਚ ਲੈ ਕੇ ਆਉਣਾ? ਕਿ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੈ ਕੇ ਆਉਣਾ, ਜਾਂ ਉਹ ਜਿਹੜੇ ਮੰਤਰੀ ਆ ਜਿਨ੍ਹਾਂ ਨੇ ਉਹਨਾਂ ਨੂੰ ਲੱਗਦਾ ਸ਼ਾਇਦ ਕੰਮ ਨਹੀਂ ਕੀਤੇ ਉਹਨਾਂ ਨੂੰ ਹਰਾ ਕੇ ਲੈ ਕੇ ਆਉਣਾ, ਜਾਂ ਜਿਹੜੇ MLA ਆ ਜਿਹੜੇ ਸੱਤਾ 'ਚ ਰਹੇ ਆ ਉਹਨਾਂ ਨੂੰ ਹਰਾਉਣਾ, ਜਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਲੈ ਕੇ ਆਉਣਾ, ਜਾਂ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ ਆਉਣਾ। ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹੋ ਸਕਦਾ ਭਾਰਤੀ ਜਨਤਾ ਪਾਰਟੀ ਨੂੰ ਵੀ ਕੁਝ ਸੀਟਾਂ ਮਿਲ। ਸੋ ਹਜੇ ਤੱਕ ਸਿਰਫ ਕਿਆਸ ਰਾਹੀਆਂ ਨੇ, ਇਹਦੇ ਬਾਰੇ ਕਿਆਸੇ ਲਾਏ ਜਾ ਸਕਦੇ ਨੇ। ਜਿੰਨੀ ਦੇਰ ਤੱਕ ਸਾਨੂੰ ਪੂਰੀ ਪਰਸੈਂਟੇਜ ਨਹੀਂ ਆਉਂਦੀ ਜਾਂ ਕੁਝ ਹੋਰ ਨਿਕਲ ਕੇ ਬਾਹਰ ਨਹੀਂ ਆਉਂਦਾ, ਮੈਨੂੰ ਲੱਗਦਾ ਉਸ ਤੋਂ ਪਹਿਲਾਂ ਸਪੈਕੂਲੇਸ਼ਨ, ਸਾਡੀਆਂ ਸਪੈਕੂਲੇਸ਼ਨਸ ਹੀ ਰਹਿ ਜਾਣਗੀਆਂ। ਬਾਕੀ ਤੁਹਾਨੂੰ ਪਤਾ ਹੀ ਹੈ ਮਦਨਦੀਪ ਜੀ, ਜਿਹੜੀ ਅਸਲੀ ਗੱਲ ਆ ਉਹ 10 ਮਾਰਚ ਨੂੰ ਹੀ ਪਤਾ ਲੱਗਣੀ। ਮਨਪ੍ਰੀਤ ਜੀ, ਜਿਹੜਾ ਇੱਕ ਰੁਝਾਨ ਇਹ ਸਾਹਮਣੇ ਆਇਆ ਹੈ, ਖਾਸ ਕਰਕੇ ਮਾਲਵੇ ਦੇ ਪਿੰਡਾਂ ਦੇ ਵਿੱਚੋਂ ਵੱਧ VOTING ਹੋਣੀ, ਔਰ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ, ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਹੈ ਕਿ ਹੈ, ਇਸ ਤਰ੍ਹਾਂ ਦੀ ਆਵਾਜ਼ ਵੀ ਆ ਰਹੀ ਸੀ। ਪਰ ਜਿਹੜੀ ਇੱਕ ਆਵਾਜ਼ ਡੇਰੇ ਦੀ ਆ ਰਹੀ ਹੈ, ਔਰ ਅਖੀਰਲੇ ਪਲਾਂ ਤੇ ਆ ਕੇ ਇਹ ਕਿਹਾ ਜਾ ਰਿਹਾ ਹੈ ਕਿ ਡੇਰੇ ਦੇ ਜਿਹੜੇ ਮੁਖੀ ਹੈ ਉਹਨਾਂ ਨੇ ਹੁਕਮ ਜਾਰੀ ਕਰਤਾ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਏ ਜਾਣ। ਹਾਲਾਂਕਿ ਇਹ ਵੀ ਕੁਝ ਗੱਲਾਂ ਆ ਰਹੀਆਂ ਕਿ ਸ਼ਾਇਦ ਜਿਹੜਾ ਡੇਰਾ ਪ੍ਰੇਮੀ ਨੇ ਉਹ ਇੱਕ ਪਾਸੇ ਨਾ ਭੁਗਤ ਕੇ ਵੱਖਰੇ ਵੱਖਰੇ ਆਪਣੇ ਉਮੀਦਵਾਰਾਂ ਦੀ ਚੋਣ ਕਰਨ, ਔਰ ਸ਼ਾਇਦ ਕੁਝ ਨਾ ਕੁਝ ਜਿਹੜਾ ਹੈਗਾ ਆਪਣਾ ਜਿਹੜਾ ਉਹਨਾਂ ਦੇ ਬਾਬੇ ਆ ਉਹਨਾਂ ਦੇ ਹੁਕਮਾਂ ਅਨੁਸਾਰ ਕਰਨ। ਲੇਕਿਨ ਨਾਲ ਦੇ ਨਾਲ ਇਹ ਵੀ ਹੈ ਕਿ ਜਿਹੜਾ ਸੰਯੁਕਤ ਕਿਸਾਨ ਪਾਰਟੀ ਜਿਹੜੀ ਹੈਗੀ ਹੈ, ਸੰਯੁਕਤ ਸਮਾਜ ਪਾਰਟੀ ਕਿਸਾਨਾਂ ਦੀ, ਉਹਦੀ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਰਿਪੋਰਟਾਂ ਆ ਰਹੀਆਂ ਹੈ ਕਿ ਉਹਨਾਂ ਨੂੰ ਵੋਟ ਪਾਉਣ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਉਤਸ਼ਾਹ ਜਿਹੜਾ ਉਹ ਦਿਖਾਇਆ ਗਿਆ ਹੈ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ 5 ਕੋਨੇ ਮੁਕਾਬਲੇ ਵੀ ਇਸ ਵਾਰ ਜਿਹੜੇ ਦੇਖਣ ਨੂੰ ਮਿਲ ਰਹੇ ਆ, ਇਹਦੇ ਵਿੱਚ ਆਮ ਆਦਮੀ ਪਾਰਟੀ ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਡਰੀ ਲੱਗਦੀ ਜ਼ਰੂਰ ਹੈ ਜੀ। ਦੇਖੋ, ਤੁਹਾਡੀ ਗੱਲ ਮਦਨਦੀਪ ਜੀ ਬਿਲਕੁਲ ਠੀਕ ਹੈ। ਪਹਿਲੀ ਗੱਲ ਤਾਂ ਤੁਹਾਡੀ ਗੱਲ ਮੈਂ ਦੱਸਦਾ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਵੋਟ ਦਾ ਘੱਟ ਭੁਗਤਾਇਆ ਜਾਣਾ ਜਾਂ ਉਹਨਾਂ ਦਾ ਜਿਹੜਾ ਦਰ ਪ੍ਰਤੀਸ਼ਤ ਆ ਉਹ ਘੱਟ ਆਉਣਾ, ਉਹ ਆਪਣੇ ਆਪ ਦੇ ਵਿੱਚ ਇਹ ਜ਼ਰੂਰ ਆ ਕਿ ਕਿਤੇ ਨਾ ਕਿਤੇ ਜਿਹੜੇ ਸ਼ਹਿਰੀ ਲੋਕ ਨੇ ਜਾਂ ਸ਼ਹਿਰੀ ਵੋਟਰ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਨਿਰਾਸ਼ਾ ਜਿਹੜੀ ਨਜ਼ਰ ਆਉਂਦੀ ਆ, ਜਾਂ ਉਦਾਸੀਨ ਨੇ, ਜਾਂ ਉਹ ਅੱਗੇ ਆ ਕੇ ਵੋਟ ਨਹੀਂ ਪਾਉਂਦੇ। ਜਿਹੜੇ ਲੋਕ ਵੋਟ ਨਹੀਂ ਪਾਉਣਗੇ ਔਰ ਉਹ ਜਦੋਂ ਬਾਕੀ 5 ਸਾਲ ਸਰਕਾਰਾਂ ਤੋਂ ਕਈ ਵਾਰੀ ਉਹ ਸਵਾਲ ਕਰਦੇ ਨੇ, ਮੈਨੂੰ ਲੱਗਦਾ ਕਈ ਵਾਰੀ ਉਹਨਾਂ ਨੂੰ ਇਹ ਹੱਕ ਨਹੀਂ ਹੁੰਦਾ, ਕਿਉਂਕਿ ਜਦੋਂ ਤੁਸੀਂ ਤਬਦੀਲੀ ਲੈ ਕੇ ਆਉਣਾ, ਚਾਹੇ ਕਿਸੇ ਵੀ ਨੂੰ ਤੁਸੀਂ ਵੋਟ ਪਾਓ, ਲੇਕਿਨ ਉਦੋਂ ਤੁਹਾਨੂੰ ਹੱਕ ਹੁੰਦਾ ਇੱਕ ਵੋਟਰ ਨੂੰ, ਇੱਕ ਨਾਗਰਿਕ ਨੂੰ। ਤੁਸੀਂ ਨਾਗਰਿਕ ਦੇ ਤੌਰ ਤੇ ਆਪਣਾ ਇੱਕ ਅਧਿਕਾਰ ਦਾ ਇਸਤੇਮਾਲ ਕਰਦੇ ਹੋ ਤੇ ਕਹਿੰਦੇ ਹੋ ਕਿ ਅਸੀਂ ਫਲਾਣੀ ਪਾਰਟੀ ਨੂੰ ਜਾਂ ਫਲਾਣੇ MLA ਨੂੰ ਅਸੀਂ ਵੋਟ ਪਾ ਕੇ ਜਿਤਾਇਆ ਤੇ ਸਾਡਾ ਹੱਕ ਬਣਦਾ ਉਹਨੂੰ ਸਵਾਲ ਪੁੱਛਣ ਦਾ, ਉਹਨੂੰ ਅਕਾਊਂਟੇਬਲ ਠਹਿਰਾਉਣ ਦਾ। ਇਹ ਤਾਂ ਗੱਲ ਰਹਿ ਗਈ। ਤੁਸੀਂ ਦੇਖੋ ਇਵਨ ਮੋਹਾਲੀ ਵਰਗਾ ਜਿਹੜਾ ਅਰਬਨ ਕਨਸਟੀਟੂਐਂਸੀ ਆ, ਇੱਥੇ ਵੀ ਬਹੁਤ ਘੱਟ ਜਿਹੜੀ ਆ ਉਹ VOTING ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੀਆਂ ਜਿਹੜੀਆਂ ਕਈ ਕਨਸਟੀਟੂਐਂਸੀਜ਼ ਨੇ ਉੱਥੇ ਵੀ VOTING ਦਰਜ ਜਿਹੜਾ ਘੱਟ ਆ, ਔਰ ਲੁਧਿਆਣੇ ਦੇ ਵਿੱਚ ਵੀ। ਲੇਕਿਨ ਹਾਂ, ਗਿੱਦੜਬਾਹਾ ਹੋਇਆ ਕਰਕੇ, ਕਿਉਂਕਿ ਜਿਹੜੀ ਤੁਸੀਂ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋ ਉਹਦਾ ਇੱਕ ਕਾਰਨ ਇਹ ਹੈਗਾ ਕਿ ਅੰਮ੍ਰਿਤਸਰ ਦੀਆਂ ਜਿਹੜੀਆਂ ਵੱਧ ਸੀਟਾਂ ਹੈ ਉਹ ਸਾਰੀਆਂ ਸ਼ਹਿਰੀ ਹੈ। ਸ਼ਹਿਰੀ ਵੋਟਰਾਂ ਨੇ ਦਿਲਚਸਪੀ ਘੱਟ ਦਿਖਾਈ ਹੈ ਜੀ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇਸੇ ਤਰ੍ਹਾਂ ਅਸੀਂ ਜਦੋਂ ਜ਼ਿਆਦਾ ਵੋਟਾਂ ਦੀ ਗੱਲ ਕਰਦੇ, ਜਿਵੇਂ ਗਿੱਦੜਬਾਹਾ ਕਨਸਟੀਟੂਐਂਸੀ ਹੈ, ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ, ਮੈਨੂੰ ਲੱਗਦਾ ਸ਼ਾਇਦ ਉੱਥੇ 80% ਤੱਕ ਵੋਟਾਂ ਹੋ ਜਾਣ। ਇਸੇ ਤਰ੍ਹਾਂ ਸਾਨੂੰ ਮਾਨਸੇ ਦੇ ਵਿੱਚ, ਬਰਨਾਲੇ ਦੇ ਵਿੱਚ, ਇਹਨਾਂ ਸਾਰੇ ਈਵਨ ਬਠਿੰਡੇ ਦੇ ਵਿੱਚ ਵੀ ਲੋਕਾਂ ਨੇ ਚੰਗੀ ਅੱਗੇ ਵੱਧ ਕੇ ਉਤਸ਼ਾਹ ਨਾਲ ਵੋਟ ਪਾਈ ਆ। ਇਹਨਾਂ ਵੋਟਾਂ ਦੇ ਕੀ ਮਤਲਬ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਈ ਵਾਰੀ ਇਹ ਦੱਸਣਾ ਬਹੁਤ ਮੁਸ਼ਕਲ ਹੁੰਦਾ। ਅੱਜ ਤੁਸੀਂ ਕਿਸੇ ਵੀ ਜਿਹੜੇ ਮਾਹਰ ਨੇ, ਸੈਫੋਲੋਜਿਸਟ ਨੇ, ਜਿਹੜੇ ਇਹਨਾਂ ਵੋਟਾਂ ਨੂੰ ਲੈ ਕੇ ਦਰ ਪ੍ਰਤੀਸ਼ਤ ਨੂੰ ਲੈ ਕੇ ਅਕਸਰ ਉਹ ਵਿਸ਼ਲੇਸ਼ਣ ਕਰਦੇ ਨੇ ਜਾਂ ਐਨਾਲਿਸਿਸ ਕਰਦੇ ਨੇ, ਸ਼ਾਇਦ ਉਹਨਾਂ ਦੀ ਵੀ ਚੀਜ਼ਾਂ ਇਹ ਸਮਝ ਕਈ ਵਾਰੀ ਨਹੀਂ ਆਉਂਦੀਆਂ। ਦੇਖੋ, ਇੱਕ ਤਾਂ ਧਿਰ ਜ਼ਿਆਦਾ ਨੇ, ਔਰ ਤੁਸੀਂ ਇੱਕ ਗੱਲ ਬਹੁਤ ਠੀਕ ਕਹੀ ਆ ਕਿ ਸੰਯੁਕਤ ਸਮਾਜ ਮੋਰਚੇ ਨੂੰ ਸਾਰੇ ਬਹੁਤ ਘੱਟ ਆਂਕਦੇ ਨੇ ਜਾਂ ਉਹਨਾਂ ਨੂੰ ਕਿਸੇ ਗਿਣਤੀ ਦੇ ਵਿੱਚ ਨਹੀਂ ਰੱਖਦੇ, ਔਰ ਇਹੀ ਸਮਝਿਆ ਜਾਂਦਾ ਕਿ ਇਹਨਾਂ ਨੇ ਤਾਂ ਕੋਈ ਸੀਟ ਜਿੱਤਣੀ ਨਹੀਂ। ਇੱਥੋਂ ਤੱਕ ਕਿ ਜਿਹੜੇ ਬਲਬੀਰ ਸਿੰਘ ਰਾਜੇਵਾਲ ਆ, ਜਿਹੜੇ ਇਹਨਾਂ ਨੂੰ ਸੇਧ ਦੇ ਰਹੇ ਆ, ਸਮਰਾਲੇ ਤੋਂ ਲੜ ਰਹੇ ਨੇ, ਉਹਨਾਂ ਨੂੰ ਵੀ ਕਿਸੇ ਗਿਣਤੀ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ। ਲੇਕਿਨ ਮੇਰਾ ਇਹ ਮੰਨਣਾ
ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ, ਉਹ 500 ਪਾਈਆਂ ਹੁਣ, 1000 ਪਾਈਆਂ ਹੁਣ, 2000, ਜਾਂ ਹੋ ਸਕਦਾ ਇਸ ਤੋਂ ਵੀ ਕਿਤੇ ਵੱਧ ਪਾਈਆਂ ਹੋਣ, ਉਸ ਨਾਲ ਕਿਸ ਪਾਰਟੀ ਨੂੰ ਵੱਧ ਫਰਕ ਪਏਗਾ ਉਹ ਅਸੀਂ ਭਲੀ ਭਾਂਤੀ ਇਹਨੂੰ ਸਮਝਣਾ ਪਏਗਾ। ਇਸ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੋ ਸਕਦਾ, ਇਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਵੀ ਹੋ ਸਕਦਾ, ਤੇ ਇਸ ਦਾ ਨੁਕਸਾਨ ਚੀਜ਼ਾਂ ਹੋਰ ਕਾਂਗਰਸ ਨੂੰ। ਜੀ ਜੀ, ਦੋ ਗੱਲਾਂ ਹੋਰ ਜਿਹੜੀਆਂ ਸਮਝਣ ਦਾ ਮੈਂ ਯਤਨ ਕਰੂੰਗਾ ਤੁਹਾਡੇ ਕੋਲੋਂ, ਸਾਨੂੰ ਸੁਣਨ ਵਾਲੇ ਵੀ ਸਮਝਣਾ ਚਾਹੁੰਦੇ ਹੋਣਗੇ ਕਿ ਅੱਜ ਜਦੋਂ ਵੋਟਿੰਗ ਹੋ ਗਈ, ਵੋਟਿੰਗ ਹੋਣ ਤੋਂ ਬਾਅਦ ਜਿਹੜੀ ਆਪਸੀ ਟਸਲ ਆ ਉਹ ਅਮੂਮਨ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਰਾਜਨੇਤਾ ਜਿਹੜੇ ਹੈਗੇ ਆ ਉਹ ਬਿਆਨ ਬਦਲ ਲੈਂਦੇ ਹੁੰਦੇ ਆ। ਪਰ ਰਾਜਾ ਵੜਿੰਗ ਅੱਜ ਤੱਕ, ਅੱਜ ਸ਼ਾਮ ਤੱਕ, ਸ਼ਾਇਦ ਕੱਲ ਤੱਕ ਵੀ, ਸ਼ਾਇਦ ਅੱਗੇ ਵੀ ਮਨਪ੍ਰੀਤ ਬਾਦਲ ਹੋਣਾ ਤੋਂ ਬਹੁਤ ਜ਼ਿਆਦਾ ਖਫਾ ਨੇ। ਉਹ ਅੱਜ ਵੀ ਦੋਸ਼ ਲਾ ਰਹੇ ਸੀ ਕਿ ਕੁਝ ਲੋਕਾਂ ਨੇ ਜਿਹੜੀ ਹੈਗੀ ਆ ਰਲ ਕੇ ਗੇਮ ਖੇਡੀ ਹੈ। ਤੁਹਾਨੂੰ ਪਤਾ ਹੈ ਕਿ ਉਹ ਸ਼ਰੇਆਮ ਮਨਪ੍ਰੀਤ ਬਾਦਲ ਹੋਣਾ ਦਾ ਨਾਂ ਲੈ ਰਹੇ ਸੀ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਮਨਪ੍ਰੀਤ ਬਾਦਲ ਆਪਣੇ ਤਾਇਆ ਜੀ ਨਾਲ, ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਮਿਲੇ ਹੋਏ ਆ, ਔਰ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲੇ ਦਾ ਮਤਲਬ ਇਹ ਹੈਗਾ ਕਿ ਗਿੱਦੜਬਾਹ ਦੇ ਉੱਤੋਂ ਰਾਜਾ ਵੜਿੰਗ ਨੂੰ ਇਸ ਗੱਲ ਦਾ ਨੁਕਸਾਨ ਹੋ ਰਿਹਾ ਸੀ। ਸੋ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਰਾਜਾ ਵੜਿੰਗ ਉਹਨਾਂ ਨੂੰ ਆਪਣੀ ਸੀਟ ਦਾ ਕਿਤੇ ਨਾ ਕਿਤੇ ਇਸ ਗੱਲੋਂ ਕੋਈ ਡਰ ਮਾਰ ਰਿਹਾ ਹੈ। ਬਿਲਕੁਲ, ਦੇਖੋ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਟਿੱਪਣੀਆਂ, ਉਹਨਾਂ ਦੀਆਂ ਬਿਆਨਬਾਜ਼ੀਆਂ, ਜਿਸ ਤਰ੍ਹਾਂ ਦੀ ਸਟੇਟਮੈਂਟ ਆ ਰਹੀ ਹੈ, ਉਸ ਦੇ ਵਿੱਚ ਤਾਂ ਇਹ ਡਰ ਜ਼ਰੂਰ ਨਜ਼ਰ ਆ ਰਿਹਾ। ਤੁਸੀਂ ਯਾਦ ਕਰੋ, ਆਪਾਂ ਪਹਿਲਾਂ ਵੀ ਇੱਕ ਵਾਰੀ ਇਹ ਗੱਲ ਡਿਸਕਸ ਕੀਤੀ ਸੀ ਕਿ ਚੋਣਾਂ ਤੋਂ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਇੱਕ ਟਿੱਪਣੀ ਸਾਹਮਣੇ ਆਉਂਦੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਜਿਤਾ ਦਿਓ, ਇਸ ਗੱਲ ਦਾ ਇਤਰਾਜ਼ ਰਾਜਾ ਵੜਿੰਗ ਹੋਣਾ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਾ ਨੇ ਤਾਂ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਪਣੇ ਕੈਂਡੀਡੇਟ ਨੇ ਸਰੂਪ ਚੰਦ ਸਿੰਗਲਾ, ਉਹਨਾਂ ਨੇ ਬਹੁਤ ਇਤਰਾਜ਼ ਕੀਤਾ ਸੀ। ਬਲਕਿ ਉਹਨਾਂ ਨੇ ਤਾਂ ਇੱਥੇ ਤੱਕ ਆਪਣੀ ਪਾਰਟੀ ਨੂੰ ਪੁੱਛਿਆ ਸੀ ਕਿ ਮੈਨੂੰ ਤੁਸੀਂ ਦੱਸੋ ਕਿ ਤੁਹਾਡਾ ਕੈਂਡੀਡੇਟ ਮੈਂ ਹਾਂ ਜਾਂ ਮਨਪ੍ਰੀਤ ਬਾਦਲ। ਸੋ ਇਹੋ ਜਿਹੀਆਂ ਚੀਜ਼ਾਂ ਅਕਸਰ ਸਾਹਮਣੇ ਆਉਂਦੀਆਂ। ਸੋ ਇਸੇ ਕਰਕੇ ਰਾਜਾ ਵੜਿੰਗ ਨੂੰ ਉਹ ਆਪਸ ਦੇ ਵਿੱਚ ਉਹਨਾਂ ਦੇ ਮਤਭੇਦ ਨੇ, ਔਰ ਇਹਨਾਂ ਮਤਭੇਦਾਂ ਕਰਕੇ ਜੇ ਕੋਈ ਕੈਂਡੀਡੇਟ, ਆਪਣੀ ਹੀ ਪਾਰਟੀ ਦਾ ਕੈਂਡੀਡੇਟ ਉਹਨਾਂ ਨੂੰ ਹਰਾਉਂਦਾ ਜਿਸ ਤਰ੍ਹਾਂ ਉਹ ਕਹਿੰਦੇ ਨੇ, ਤੇ ਇਸ ਗੱਲ ਦਾ ਮਲਾਲ ਇਹਨਾਂ ਸਾਰਿਆਂ ਨੂੰ ਹੁੰਦਾ। ਇੱਕ ਮਦਨਦੀਪ ਜੀ, ਤੁਸੀਂ ਹੋਰ ਗੱਲ ਪੁੱਛੀ ਸੀ, ਡੇਰੇ ਦੀ ਗੱਲ ਤੁਸੀਂ ਪੁੱਛੀ ਸੀ, ਉਹ ਗੱਲ ਆਪਣੀ ਰਹਿ ਗਈ। ਮੈਨੂੰ ਲੱਗਦਾ ਉਹਨੂੰ ਵੀ ਆਪਾਂ ਨੂੰ ਕਰ ਲੈਣਾ ਚਾਹੀਦਾ ਜੀ। ਦੇਖੋ, ਡੇਰਾ ਜਦੋਂ ਤੋਂ ਖਾਸ ਤੌਰ ਤੇ ਸਿੱਸੇ ਡੇਰੇ ਦੇ ਮੁਖੀ ਉਹਨਾਂ ਨੂੰ ਫਰਲੋ ਦਿੱਤੀ ਗਈ, ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਹਰਿਆਣੇ ਦੇ ਵਿੱਚ, ਉਹਨਾਂ ਨੇ ਇਹ ਫਰਲੋ ਉਹਨਾਂ ਨੂੰ 21 ਦਿਨਾਂ ਦੀ ਦਿੱਤੀ ਹੈ। ਹਾਲਾਂਕਿ ਇਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ ਗਿਆ, ਔਰ ਕੱਲ ਇਹਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੈ। ਖੈਰ, ਇਹ ਤਾਂ ਇੱਕ ਵੱਖਰੀ ਗੱਲ ਆ, ਪਰ ਉਹ ਕਿੰਨੇ ਕੁ ਕਨਸਟੀਟਿਊਐਂਸੀ ਨੂੰ ਪ੍ਰਭਾਵਿਤ ਕਰਨਗੇ, ਜਾਂ ਕੀ ਉਹਨਾਂ ਨੂੰ ਕੀ ਮੈਸੇਜ ਗਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਇਦ ਉਹ ਭਾਰਤੀ ਜਨਤਾ ਪਾਰਟੀ ਨੂੰ ਮੈਸੇਜ ਗਿਆ ਹੋਵੇ, ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਗਿਆ ਹੋਵੇ, ਜਾਂ ਜਿਸ ਵੀ ਪਾਰਟੀ ਨੂੰ ਗਿਆ ਹੋਵੇ, ਜਾਂ ਇਹ ਵੀ ਹੋ ਸਕਦਾ ਉਹ ਕਨਸਟੀਟਿਊਐਂਸੀ ਯਾਨੀ ਕਿ ਹਲਕੇ ਤੋਂ ਹਲਕੇ ਅਲੱਗ-ਅਲੱਗ ਕੈਂਡੀਡੇਟਸ ਨੂੰ ਉਹ ਮਦਦ ਕਰਨ ਜਾਂ ਉਹਨਾਂ ਨੂੰ ਵੋਟਾਂ ਪਾਉਣ ਦੀ ਗੱਲ ਕਰਨ। ਦੇਖੋ, ਹੋ ਸਕਦਾ ਇਸ ਤਰ੍ਹਾਂ ਦੇ ਮੁਕਾਬਲੇ ਵਿੱਚ ਜਦੋਂ ਖਾਸ ਤੌਰ ਤੇ 5 ਕੋਣੀ ਮੁਕਾਬਲਾ ਹੋਵੇ, ਉਥੋਂ ਬਹੁਤ ਥੋੜੀਆਂ ਜਿਹੜੀਆਂ ਵੋਟਾਂ ਹੁੰਦੀਆਂ ਉਹ ਵੀ ਕਿਸੇ ਨਾ ਕਿਸੇ ਦੇ ਜਿਹੜੀਆਂ ਜਿੱਤ ਨੂੰ ਜਾਂ ਹਾਰ ਨੂੰ ਪ੍ਰਭਾਵਿਤ ਕਰ ਸਕਦੀਆਂ। ਸੋ ਇਹ ਗੱਲ ਦੇਖਣੀ ਪਊਗੀ, ਕਿਉਂਕਿ ਜਿੰਨੀ ਦੇਰ ਤੱਕ ਨਤੀਜੇ ਨਹੀਂ ਆਉਂਦੇ। ਲੇਕਿਨ ਹਾਂ, ਇੱਕ ਗੱਲ ਮੈਂ ਜ਼ਰੂਰ ਨਾਲ ਐਡ ਕਰਨਾ ਚਾਹੁੰਦਾ ਕਿ ਅਸੀਂ ਅਕਸਰ ਡੇਰੇ ਦੀ ਗੱਲ ਕਰਦੇ ਆ ਕਿ ਡੇਰਾ ਕੀ ਕਰੇਗਾ। ਦੇਖੋ, ਕੋਈ ਵੀ ਭਾਈਚਾਰਾ, ਡੇਰਾ ਵੀ ਇੱਕ ਭਾਈਚਾਰਾ ਹੀ ਆ, ਉਹ ਵੀ ਉਸ ਕਨਸਟੀਟਿਊਐਂਸੀ ਦੇ ਇਸ ਸੂਬੇ ਦੇ ਲੋਕ ਆ। ਹਾਂ, ਠੀਕ ਆ ਕਿ ਉਹ ਸ਼ਰਧਾਲੂ ਨੇ, ਕਿਸੇ ਖਾਸ ਡੇਰੇ ਤੇ ਜਾਂਦੇ ਨੇ ਤੇ ਇੱਕ ਗਰੁੱਪ ਜ਼ਰੂਰ ਬਣ ਜਾਂਦਾ, ਪਰ ਇਸ ਤਰ੍ਹਾਂ ਦੇ ਗਰੁੱਪ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ, ਤੇ ਉਹ ਸਾਰੇ ਗਰੁੱਪਸ ਦੇ ਵਿੱਚ ਕਿਸੇ ਨਾ ਕਿਸੇ ਚੋਣ ਨੂੰ ਪ੍ਰਭਾਵਿਤ ਕਰਨ ਦਾ ਮੈਨੂੰ ਲੱਗਦਾ ਉਹਨਾਂ ਕੋਲੇ ਪੂਰੀ ਸਮਰੱਥਾ ਹੁੰਦੀ ਆ। ਲੇਕਿਨ ਅਕਸਰ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ। ਹਾਂ, ਕਈ ਵਾਰੀ ਉਹਨੂੰ ਜਾਤਾਂ 'ਚ ਵੰਡ ਲੈਂਦੇ ਆ, ਕਈ ਵਾਰੀ ਉਹਨੂੰ ਭਾਈਚਾਰਿਆਂ 'ਚ ਵੰਡ ਲੈਂਦੇ ਆ, ਕਈ ਵਾਰੀ ਧਰਮਾਂ 'ਚ ਵੰਡ ਲੈਂਦੇ ਆ ਕਿ ਫਲਾਣਾ ਧਰਮ ਉਸ ਨੂੰ ਜਾਂ ਫਲਾਣਾ ਭਾਈਚਾਰਾ ਕਰੇਗਾ। ਸੋ ਇਹ ਸਾਰੇ ਹੀ ਆਪਣੇ ਤੌਰ ਤੇ ਬੜੇ ਇਫੈਕਟਿਵ ਆ, ਔਰ ਮੈਨੂੰ ਲੱਗਦਾ ਕੈਂਡੀਡੇਟ ਉਹੀ ਕਾਮਯਾਬ ਹੋਊਗਾ ਜਿਹਨੂੰ ਸਾਰੇ ਭਾਈਚਾਰਿਆਂ ਦਾ ਸਮਰਥਨ ਮਿਲੂਗਾ। ਕਿਸੇ ਇੱਕ ਭਾਈਚਾਰੇ ਨੂੰ ਲੈ ਕੇ ਜੇ ਤੁਹਾਨੂੰ ਸਮਰਥਨ ਮਿਲੇ, ਤੁਹਾਡੇ ਲਈ ਕਿਸੇ ਵੀ ਕੈਂਡੀਡੇਟ ਦੇ ਜਿੱਤਣਾ ਬਹੁਤ ਮੁਸ਼ਕਿਲ ਆ ਜੀ। ਮਨਪ੍ਰੀਤ ਜੀ, ਆਪਣੇ ਕੋਲ ਸਮਾਂ ਬੜਾ ਥੋੜਾ ਰਹਿ ਗਿਆ, ਪਰ ਕਿਉਂਕਿ ਤੁਸੀਂ ਡੇਰੇ ਦੀ ਗੱਲ ਕੀਤੀ ਹੈ, ਇੱਥੇ ਗੱਲ ਕਰਨੀ ਇੱਕ ਬਣਦੀ ਹੈ ਕਿ ਇਸ ਵਾਰ ਪੰਜਾਬ ਦੇ ਮੁੱਦੇ ਬਹੁਤ ਗੰਭੀਰ ਸੀ। ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ, ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ। ਮੁੱਦੇ ਬਹੁਤ ਸਿੱਧੇ ਪੰਜਾਬ ਦੇ ਜੀਵਨ ਨਾਲ, ਪੰਜਾਬ ਦੀ ਜੀਵਨ ਰੇਖਾ ਨਾਲ ਜੁੜੇ ਹੋਏ ਸੀ,
ਔਰ ਖਾਸ ਕਰਕੇ ਇਹਨਾਂ ਮੁੱਦਿਆਂ ਨੂੰ ਉਭਾਰਨ ਦੀ ਥਾਂ ਤੇ ਡੇਰਿਆਂ ਦੀ ਰਾਜਨੀਤੀ, ਕਿਉਂਕਿ ਜੇ ਡੇਰੇ ਸਮੂਹਕ ਰੂਪ 'ਚ ਇੱਕ ਨਿੱਜ ਹੈ ਨਾ ਜੁੜਿਆ ਹੋਇਆ, ਡੇਰੇ ਵਾਲਾ ਜਿਹੜਾ ਉਹਦੇ ਤੇ ਕੇਸ ਆ, ਤੇ ਜੇ ਉਹਦਾ ਸਮਝੌਤਾ ਹੁੰਦਾ ਤੇ ਨਿੱਜ ਨਾਲ ਜੁੜਿਆ ਹੋਇਆ ਨਾ ਕਿ ਤੁਸੀਂ ਫਲਾਣੇ ਨੂੰ ਵੋਟ ਪਾ ਦਿਓ ਜੀ। ਪੰਜਾਬ ਦੇ ਮੁੱਦੇ ਜਿਹੜੇ ਮੈਂ ਦੱਸੇ ਆ, ਜਿਹੜੇ ਗਿਣਾਏ ਆਪ ਜੀ ਨੂੰ, ਉਹਨਾਂ ਨੂੰ ਪਿੱਛੇ ਧੱਕ ਕੇ ਚਿਹਰਿਆਂ ਦੀ ਰਾਜਨੀਤੀ ਕੀਤੀ ਜਾਣੀ, ਕਦੇ ਦਲਿਤਾਂ ਦੇ ਨਾਂ ਤੇ, ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਡੇਰਿਆਂ ਦੇ ਨਾਂ ਤੇ। ਇਹ ਪੰਜਾਬ ਨਾਲ ਇਸ ਵਾਰ ਫਿਰ ਇੱਕ ਵਾਰ ਖਿਲਵਾੜ ਨਹੀਂ ਹੋਇਆ? ਬਿਲਕੁਲ, ਮੈਂ ਤੁਹਾਡੀ ਜਿਹੜੀ ਗੱਲ ਨਾਲ ਮਦਨਦੀਪ ਜੀ ਬਿਲਕੁਲ 100% ਸਹਿਮਤ ਹਾਂ ਕਿ ਇਸ ਵਾਰੀ ਵੀ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਸੀ, ਜਿਹੜੇ ਉਹਨਾਂ ਦੇ ਬੁਨਿਆਦੀ ਮੁੱਦੇ ਸੀ, ਉਹ ਕਿਤੇ ਨਾ ਕਿਤੇ ਦਰਕਿਨਾਰ ਕਰ ਦਿੱਤੇ ਗਏ। ਚਿਹਰਿਆਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਪਹਿਲੇ ਕਹਤਾ, ਇੱਕ ਦੂਸਰੇ ਦੇ ਦੋਸ਼ ਲਾਉਣੇ, ਔਰ ਜਿਸ ਤਰ੍ਹਾਂ ਕੁਮਾਰ ਵਿਸ਼ਵਾਸ ਵਾਲੇ ਮੁੱਦੇ ਤੇ ਪਹਿਲਾਂ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਹਿੰਦੂ ਭਾਈਚਾਰੇ ਨੂੰ ਲੈ ਕੇ ਇੱਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਬਹੁਤ ਅਸੁਰੱਖਿਅਤ ਮਹਿਸੂਸ ਕਰਦੇ ਨੇ। ਸੋ ਹਰ ਤਰ੍ਹਾਂ ਦੀ ਗੋਲਬੰਦੀ ਸਾਰੀਆਂ ਪਾਰਟੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਸ ਦੇ ਵਿੱਚੋਂ ਜਿਵੇਂ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਜਾਂ ਮਹਿੰਗਾਈ ਦਾ ਮੁੱਦਾ ਹੋਵੇ, ਸਿਹਤ ਪੱਖੀ ਜਿਹੜੇ ਮੁੱਦੇ ਹੋਣ ਜਾਂ ਐਜੂਕੇਸ਼ਨ ਦੇ ਪ੍ਰਤੀ ਮੁੱਦੇ ਹੋਣ, ਉਹ ਕਿਤੇ ਨਾ ਕਿਤੇ ਗਾਇਬ ਸੀ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ, ਔਰਤਾਂ ਨੂੰ ਕਿੱਦਾਂ, ਹੁਣ ਮੈਂ ਤੁਹਾਨੂੰ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇੰਨੀ ਪ੍ਰੋਗਰੈਸਿਵ ਸਟੇਟ ਆ, ਉੱਥੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਆ ਇਸ ਰਾਜਨੀਤੀ ਦੇ ਵਿੱਚ, ਸਿਆਸਤ ਦੇ ਵਿੱਚ, ਔਰ ਜਦੋਂ ਪਾਰਟੀਆਂ ਉਹਨਾਂ ਨੂੰ ਟਿਕਟ ਦਿੰਦੀਆਂ, ਉਹ ਬਿਲਕੁਲ ਨਾਮਾਤਰ ਆ, 7% ਹੈ। ਔਰ ਕਿਸੇ ਵੀ ਪਾਰਟੀ ਨੇ ਇਸ ਚੀਜ਼ ਨੂੰ ਕਦੇ ਉਭਾਰਿਆ ਨਹੀਂ। ਤੁਸੀਂ ਦੇਖੋ, ਵੈਸੇ ਪਾਰਟੀਆਂ ਗੱਲ ਕਰਦੀਆਂ, ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ 1000 ਰੁਪਇਆ ਦੇ ਦਾਂਗੇ 18 ਸਾਲ ਦੀਆਂ ਉੱਪਰ ਵਾਲੀਆਂ ਔਰਤਾਂ ਨੂੰ। ਇਸੇ ਤਰ੍ਹਾਂ ਕਾਂਗਰਸ ਵੀ ਕਹਿੰਦੀ ਆ ਕਿ ਅਸੀਂ 1100 ਰੁਪਇਆ ਦੇ ਦਾਂਗੇ। ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਕਿ ਅਸੀਂ ਇੱਕ ਯੋਜਨਾ ਦੇ ਅਧੀਨ ਉਹਨਾਂ ਨੂੰ 2000 ਰੁਪਇਆ ਦੇ ਦਾਂਗੇ। ਲੇਕਿਨ ਕਿਸੇ ਨੇ ਬੁਨਿਆਦੀ ਮੁੱਦਿਆਂ ਨੂੰ ਨਹੀਂ ਛੇੜਿਆ। ਇਸ ਗੱਲ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਔਰ ਇਹੀ ਦੁਖਾਂਤ ਆ, ਇਹੀ ਤਰਾਸਦੀ ਆ ਪੰਜਾਬ ਦੀ ਕਿ ਜਿਹੜੇ ਅਸਲੀ ਮੁੱਦੇ ਆ ਉਹ ਗਵਾਚ ਜਾਂਦੇ। ਬਿਲਕੁਲ। ਔਰ ਕਿਸੇ ਵੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਅਸੀਂ ਪੰਜਾਬ ਦੇ ਖਜ਼ਾਨੇ ਦੇ ਵਿੱਚ ਫਲਾਣੀ ਥਾਂ ਤੋਂ ਇੰਨੇ ਪੈਸੇ ਲੈ ਕੇ ਆਵਾਂਗੇ, ਫਲਾਣੀ ਥਾਂ ਤੋਂ ਇੰਨੇ ਪੈਸੇ ਲੈ ਕੇ ਆਵਾਂਗੇ। ਇਹ ਜ਼ਰੂਰ ਕਹਿੰਦੇ ਰਹੇ ਕਿ ਅਸੀਂ ਰੇਤ ਲਈ ਜਿਹੜਾ ਹੈਗਾ ਆਹ ਕਰਾਂਗੇ, ਅਸੀਂ ਸ਼ਰਾਬ ਲਈ ਆਹ ਕਰਾਂਗੇ, ਕੰਟਰੋਲ ਕਰਾਂਗੇ, ਵਗੈਰਾ ਵਗੈਰਾ। ਪਰ ਜਿਹੜਾ ਅਸਲ ਏਜੰਡਾ ਹੈ, ਜਿਹੜੇ ਅਸਲ ਮੁੱਦੇ ਹੈ, ਉਹਦੇ ਤੋਂ ਇੱਕ ਵਾਰ ਫਿਰ ਜਿਹੜੇ ਵੋਟਰ ਆ ਪੰਜਾਬ ਦੇ, ਉਹਨਾਂ ਨੂੰ ਲਾਂਭੇ ਧੱਕ ਦਿੱਤਾ ਗਿਆ। ਤੇ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਉਭਾਰ ਦਿੱਤੇ ਗਏ, ਜਿਨ੍ਹਾਂ ਦਾ ਨਾ ਪਾਰਟੀਆਂ ਕੋਲੇ ਹੱਲ ਆ ਤੇ ਨਾ ਲੋਕਾਂ ਕੋਲੇ। ਸੋ ਮਨਪ੍ਰੀਤ ਜੀ, ਸਮਾਂ ਸਮਾਪਤ ਹੋ ਰਿਹਾ। ਬਹੁਤ ਬਹੁਤ ਸ਼ੁਕਰੀਆ। ਇੰਨੀ ਗੱਲਬਾਤ ਹੋ ਸਕਦੀ ਸੀ। ਕੱਲ ਫਿਰ ਅਸੀਂ ਦੁਬਾਰਾ ਜਦੋਂ ਅੱਜ ਅੱਧੀ ਰਾਤ ਤੱਕ ਤਕਰੀਬਨ, ਮੇਰਾ ਖਿਆਲ ਹੈ ਕਿ ਬਾਕੀ ਜਿਹੜੇ ਪਰਸੈਂਟੇਜ ਕਿੰਨੀ ਪੋਲਿੰਗ ਕਿੰਨੀ ਹੋਈ ਹੈ ਪੰਜਾਬ ਦੇ ਅੰਦਰ, ਉਹਦਾ ਮੁਕੰਮਲ ਜਿਹੜਾ ਅੰਕੜਾ ਹੈ ਰਾਤ ਤੱਕ ਜਾਂ ਕੱਲ ਸਵੇਰ ਤੱਕ ਆ ਜਾਏਗਾ। ਅਸੀਂ ਫਿਰ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਮਨਦੀਪ ਜੀ।